Waheguru Ji Ka Khalsa, Waheguru Ji Ki Fateh. Welcome to the page of Optimistic Force. My name is Amneet Singh. Today I am going to demonstrate the ability to read the newspaper and how it is going to help you improve your English communication, be it in terms of vocabulary improvement or even your fluency base. ठीक है, ਤਾਂ ਅੱਜ 12 ਤਰੀਕ ਹੈ ਜੀ, 12 ਅਗਸਤ। ਠੀਕ ਹੈ, ਤੇ ਤੁਸੀਂ ਦੇਖਿਆ ਹੀ ਹੋਣਾ ਵੀ ਟਵਿੱਟਰ ਨੇ ਆਪਣਾ ਲੋਗੋ ਚੇਂਜ ਕਰਤਾ ਹੈ, ਉਹਨੇ ਆਪਣੀ ਕੰਪਨੀ ਦਾ ਨੇਮ ਚੇਂਜ ਕਰਤਾ ਹੈ, ਤੇ ਉਹਨੇ ਆਪਣਾ ਸਾਰੀ ਚੀਜ਼ਾਂ ਦਾ ਆਪਰੇਸ਼ਨ ਜਿਹੜਾ ਆ ਜਿੱਥੋਂ ਟਵਿੱਟਰ ਵਰਡ ਸੀਗਾ ਉਹਨੂੰ ਰਿਪਲੇਸ ਕਰਤਾ ਆ ਇਨ ਦ ਫਾਰਮ ਆਫ ਐਕਸ। ਅਗਰ ਤੁਸੀਂ ਇਹਦੇ ਬਾਰੇ ਨਹੀਂ ਜਾਣੋ ਤਾਂ ਮੇਕ ਸ਼ੋਰ ਯੂ ਗੂਗਲ ਇਟ, ਰਾਈਟ। ਐਂਡ ਇਹਦੇ ਰਿਗਾਰਡ ਦੇ ਵਿੱਚ ਹੀ ਅੱਜ ਇੱਕ ਨਿਊਜ਼ ਕਲਿੱਪਿੰਗ ਹੈ ਜੋ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਦਿਖਾਵਾਂਗਾ, ਤੇ ਉਹਦੇ 'ਚ ਆਪਾਂ ਸਮਝਾਂਗੇ ਵੀ ਹਾਊ ਟੂ ਇੰਪਰੂਵ ਯੋਰ ਵੋਕੈਬੂਲਰੀ, right, your sentence formation, and how is it going to help you in your English speaking and English writing। ਠੀਕ ਹੈ, ਤਾਂ ਕਿ ਤੁਸੀਂ ਮਾਸਟਰੀ ਹਾਸਲ ਕਰ ਸਕੋ, ਤੁਸੀਂ ਕੰਫਰਟੇਬਲ ਹੋ ਸਕੋ। ਕਿਉਂਕਿ ਮੈਂ ਹਮੇਸ਼ਾ ਤੋਂ ਹੀ ਕਹਿੰਦਾ ਰਹਿੰਦਾ ਵੀ ਇੰਗਲਿਸ਼ ਨਿਊਜ਼ਪੇਪਰ ਪੜ੍ਹੋ, ਅੰਗਰੇਜ਼ੀ ਪੜ੍ਹੋ, ਤੇ ਤਾਂ ਹੀ ਸਿੱਖੋਗੇ। ਸੋ ਮੈਂ ਤੁਹਾਨੂੰ ਅੱਜ ਆਪ ਉਹੀ ਚੀਜ਼ ਕਰਕੇ ਦਿਖਾ ਰਿਹਾ ਵੀ ਆਪਾਂ ਕਿਵੇਂ ਉਹਨੂੰ ਸਵਾਰ ਸਕਦੇ ਹਾਂ। ਤਾਂ ਬਿਕਾਜ਼ ਮੈਂ ਹੁਣ ਆਊਟਸਾਈਡ ਇੰਡੀਆ ਹੈਗਾ, ਤਾਂ ਮੈਂ ਤੁਹਾਡੇ ਸਾਹਮਣੇ ਫਿਜ਼ੀਕਲ ਪੇਪਰ ਨਹੀਂ ਦਿਖਾ ਸਕਦਾ ਨਿਊਜ਼ਪੇਪਰ, ਤਾਂ ਮੈਂ ਐਪ ਦੇ ਥਰੂ ਤੁਹਾਨੂੰ ਨਿਊਜ਼ ਪੜ੍ਹ ਕੇ ਸਮਝਾਵਾਂਗਾ ਵੀ ਆਪਾਂ ਕਿਵੇਂ ਉਹਨੂੰ ਸਮਝ ਸਕਦੇ ਹਾਂ। ਤਾਂ ਤੁਹਾਡੀ ਕਨਵੀਨੀਅੰਸ ਵਾਸਤੇ ਮੈਂ ਇੱਥੇ ਇੱਕ ਸਕਰੀਨਸ਼ਾਟ ਰੱਖਿਆ ਹੈ ਜਿਹੜੀ ਕਿ ਆਪਾਂ ਨਿਊਜ਼ ਪੜ੍ਹਨ ਲੱਗੇ ਹਾਂ, ਤਾਂ ਜੋ ਕਿ ਰਿਗਾਰਡਿੰਗ ਟਵਿੱਟਰ ਹੈ। ਠੀਕ ਹੈ, ਤਾਂ ਟਵਿੱਟਰ ਦੇ 'ਚ ਤੁਸੀਂ ਹੈਡਿੰਗ ਦੇਖੋਗੇ ਤਾਂ ਕੀ ਕਹਿੰਦਾ, ਉੱਥੇ ਲਿਖਿਆ ਜੀ ਟਵਿੱਟਰ ਬਿਗਿਨਸ ਸ਼ਿਫਟਿੰਗ ਟੂਵਰਡਸ x.com। ਫਿਰ ਕਹਿੰਦਾ ਜੀ ਆਈਫੋਨ ਯੂਜ਼ਰਸ ਸੀ ਚੇਂਜਡ URLs। ਹੁਣ ਅਗਰ ਇਸੇ ਸਕਰੀਨਸ਼ਾਟ ਦੇ ਬਿਲਕੁਲ ਥੱਲੇ ਤੁਸੀਂ ਦੇਖੋ ਤਾਂ ਉੱਥੇ ਲਿਖਿਆ ਹੋਇਆ x, ਜੋ ਕਿ ਫਾਰਮਲੀ ਟਵਿੱਟਰ ਸੀ, ਠੀਕ ਹੈ, ਇਜ਼ ਮੂਵਿੰਗ ਟੂਵਰਡਸ x.com ਔਨ iOS। iOS ਦਾ ਮਤਲਬ ਕੀ ਹੈ, ਜਿਹੜੀ ਐਪਲ ਡਿਵਾਈਸਿਸ ਦੇ ਉੱਤੇ ਸੌਫਟਵੇਅਰ ਚੱਲਦਾ ਹੈ, ਆਪਰੇਟਿੰਗ ਸਿਸਟਮ ਚੱਲਦਾ ਹੈ। ਬਟ ਵੈਬ URLs ਆਰ ਸਟਿਲ ਰੀਡਾਇਰੈਕਟਿੰਗ ਟੂ twitter.com। ਹੁਣ ਤੁਸੀਂ ਦੂਸਰਾ ਸਕਰੀਨਸ਼ਾਟ ਦੇਖ ਸਕਦੇ ਹੋ। ਹੁਣ ਦੇਖੋ ਦੂਸਰੇ ਸਕਰੀਨਸ਼ਾਟ 'ਚੋਂ ਕੀ ਕਹਿੰਦਾ, ਉਹ ਕਹਿੰਦਾ ਜੀ Twitter underwent a massive rebranding exercise recently to change its name and logo to X। ਠੀਕ ਹੈ, ਮੈਂ ਤੁਹਾਡੇ ਸਾਹਮਣੇ ਇੱਕ ਵਾਰੀ ਪੜ੍ਹ ਕੇ ਦਿਖਾ ਰਿਹਾ ਤਾਂ ਕਿ ਤੁਹਾਨੂੰ ਪਤਾ ਚੱਲੇ ਵੀ ਇਹਨੂੰ ਪੜ੍ਹਨਾ ਵੀ ਕਿੱਦਾਂ ਹੈ। ਫਿਰ ਮੈਂ ਤੁਹਾਨੂੰ ਸਮਝਾਊਂਗਾ ਇਹਦੇ 'ਚ ਕਿਹੜੀ ਕਿਹੜੀ ਚੀਜ਼ਾਂ ਉੱਤੇ ਫੋਕਸ ਕਰਨਾ। ਫਿਰ ਉਹ ਕਹਿੰਦਾ ਜੀ ਦ ਕੰਪਨੀ ਰਿਪਲੇਸਡ ਦ ਲੋਗੋਜ਼ ਔਨ ਦ ਵੈਬਸਾਈਟ ਐਂਡ ਦ ਐਪਸ ਐਜ਼ ਵੈਲ ਐਜ਼ ਇਟਸ ਓਨ ਹੈਡਕੁਆਟਰਸ। Names were changed. All of the associate products, such as Twitter Blue subscription, became X Blue subscription, and Twitter Deck became X Pro. But it appears that the transition is not complete yet. According to reports, some users have observed that the URLs generated from the share sheet of the X app on iOS start with x.com instead of the familiar twitter.com. So far, the change has only been seen in the iPhone OS, and both web links and the Android app continue to show the usual domain, but that can also change in the near future। ਸੋ ਪਹਿਲੀ ਗੱਲ ਤੁਹਾਨੂੰ ਮੈਂ ਪੜ੍ਹ ਕੇ ਦਿਖਾਇਆ ਵੀ ਇਹਨੂੰ ਕਿੱਦਾਂ ਪੜ੍ਹਨਾ ਹੈ। ਠੀਕ ਹੈ, ਤਾਂ ਹੁਣ ਆਪਾਂ ਉਹ ਮੇਜਰ ਚੀਜ਼ਾਂ ਉੱਤੇ ਫੋਕਸ ਕਰਾਂਗੇ ਜਿਹੜਾ ਸਾਨੂੰ ਜਿਹਦੇ ਨਾਲ ਸਾਨੂੰ ਹੈਲਪ ਹੋਊਗੀ ਇੰਗਲਿਸ਼ ਰਾਈਟਿੰਗ ਅਤੇ ਇੰਗਲਿਸ਼ ਸਪੀਕਿੰਗ ਨੂੰ ਇੰਪਰੂਵ ਕਰਨ ਲਈ। ਤਾਂ ਉਹ ਦੋ ਬੇਸਿਕ ਵੋਕੈਬੂਲਰੀਜ਼ ਹੁੰਦੀਆਂ ਨੇ, ਜੋ ਕਿ ਹੈ ਐਡਜੈਕਟਿਵ ਅਤੇ ਵਰਬਸ, ਅਤੇ ਇਹਦੇ ਨਾਲ ਨਾਲ ਕੁਝ ਉਹ ਫਰੇਜ਼ਸ ਵੀ ਜੋ ਕਿ ਤੁਹਾਨੂੰ ਹੈਲਪ ਕਰਨਗੇ ਤੁਹਾਡੇ ਕਨੈਕਸ਼ਨ ਦੇ ਵਿੱਚ ਜਦੋਂ ਤੁਸੀਂ ਸੈਂਟੈਂਸਿਸ ਨੂੰ ਫਰੇਮ ਕਰਦੇ ਹੋ। ਤਾਂ ਕੁਝ ਚੀਜ਼ਾਂ ਜਿਹਦੇ ਉੱਤੇ ਆਪਾਂ ਫੋਕਸ ਕਰਨਾ ਹੈ ਉਹ ਤੁਹਾਡੇ ਇਸ ਸਕਰੀਨਸ਼ਾਟ ਉੱਤੇ ਤੁਹਾਨੂੰ ਸ਼ੋ ਹੋਣਗੀਆਂ। ਹੁਣ ਤੁਸੀਂ ਦੇਖ ਸਕਦੇ ਹੋ ਕੁਝ ਰੈੱਡ ਅੰਡਰਲਾਈਨਸ ਹੈਗੀਆਂ ਨੇ, ਬਲੂ ਅੰਡਰਲਾਈਨਸ ਹੈਗੀਆਂ ਅਤੇ ਬਲੈਕ ਅੰਡਰਲਾਈਨਸ ਹੈਗੀਆਂ, ਯੈਲੋ ਵੀ ਤੁਹਾਨੂੰ ਦੱਸਣਗੀਆਂ। ਠੀਕ ਹੈ, ਤਾਂ ਕਿ ਮੈਂ ਡਿਫਰੈਂਸ਼ੀਏਟ ਕਰਕੇ ਤੁਹਾਨੂੰ ਸਮਝਾ ਸਕਾਂ ਵੀ ਤੁਸੀਂ ਇਹਦੇ ਉੱਤੇ ਕਿਵੇਂ ਕਿਵੇਂ ਫੋਕਸ ਕਰਨਾ ਅਤੇ ਕਿਵੇਂ ਸਿੱਖ ਸਕਦੇ ਹੋ। ਹੁਣ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਅੰਡਰਲਾਈਨ ਕੀਤਾ ਜੀ ਟਵਿੱਟਰ ਬਿਗਿਨਸ ਸ਼ਿਫਟਿੰਗ। ਠੀਕ ਹੈ, ਤਾਂ ਸ਼ਿਫਟਿੰਗ ਕੀ ਹੈ? ਸ਼ਿਫਟਿੰਗ ਇਜ਼ ਅ ਵਰਬ, ਰਾਈਟ। ਸ਼ਿਫਟਿੰਗ ਮਤਲਬ ਹੈ ਸ਼ਿਫਟ ਹੋ ਰਿਹਾ। ਠੀਕ ਹੈ, ਬਿਗਿਨਸ ਦਾ ਮਤਲਬ ਕੀ ਹੈ? ਹਾਲੇ ਹੁਣੇ ਹੁਣੇ ਸ਼ੁਰੂਆਤ ਕੀਤੀ ਹੈ ਇਸ ਬਦਲਾਵ ਦੀ, ਠੀਕ ਹੈ, ਇਸ ਚੇਂਜ ਦੀ। ਠੀਕ ਹੈ, ਸਮਝ ਰਹੇ ਹੋ? ਹੁਣ ਤੁਸੀਂ ਇੱਥੇ ਫੋਕਸ ਕਰਨਾ, ਇਹਨੂੰ ਐਵੇਂ ਅਣਜਾਣੇ ਮਤਲਬ ਇਹਨੂੰ ਅਣਦੇਖਾ ਨਾ ਕਰ ਦਿਓ, ਇਹਨੂੰ ਚੱਜ ਨਾਲ ਸਮਝ ਲਓ। ਬਿਗਿਨਸ ਸ਼ਿਫਟਿੰਗ, ਹੁਣ ਤੁਸੀਂ ਕੋਈ ਵੀ ਹਜੇ ਬਦਲਾਵ ਲਿਆ ਰਹੇ ਹੋ, ਲੈਟਸ ਸੇ ਤੁਸੀਂ ਇੰਗਲਿਸ਼ ਇੰਪਰੂਵਮੈਂਟ ਦੀ ਬਦਲਾਵ ਲਿਆ ਰਹੇ ਹੋ, ਤਾਂ ਤੁਸੀਂ ਅਖਬਾਰ ਪੜ੍ਹਨਾ ਸ਼ੁਰੂ ਕੀਤਾ, ਤਾਂ ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਆਈ ਬਿਗੈਨ ਰੀਡਿੰਗ ਨਿਊਜ਼ਪੇਪਰ। ਬਿਗੈਨ ਹੈ ਸ਼ੁਰੂ ਕੀਤਾ, ਕੀ? ਪੜ੍ਹਨਾ। ਠੀਕ ਹੈ, ਉਵੇਂ ਇੱਥੇ ਕੀ ਲਿਖਿਆ? ਬਿਗਿਨਸ ਕੀ ਕੀਤਾ? ਬਿਗਿਨਸ ਸ਼ੁਰੂ ਕੀਤਾ, ਕੀ? ਸ਼ਿਫਟਿੰਗ, ਉਹਨੇ ਸ਼ਿਫਟ ਕਰਨਾ ਸ਼ੁਰੂ ਕੀਤਾ। ਠੀਕ ਹੈ, ਟੂਵਰਡਸ x.com। ਹੁਣ ਅੱਗੇ ਦੇਖੋ ਤੁਸੀਂ ਲਿਖਿਆ ਸੈਮੀ ਕੋਲਨ। ਹੁਣ ਸੈਮੀ ਕੋਲਨ ਕੀ ਕਰਦਾ ਹੈ? ਇੱਕ ਸੈਂਟੈਂਸ ਹੈ ਅੱਗੇ ਆਈਫੋਨ ਯੂਜ਼ਰਸ ਸੀ ਚੇਂਜਡ URLs। ਹੁਣ ਜਦ ਵੀ ਦੋ ਇੰਡੀਪੈਂਡੈਂਟ ਸੈਂਟੈਂਸਿਸ ਹੁੰਦੇ ਨੇ ਉਹਨਾਂ ਨੂੰ ਕਨੈਕਟ ਕਰਨ ਲਈ ਆਪਾਂ ਸੈਮੀ ਕੋਲਨ ਲਗਾ ਸਕਦੇ ਹਾਂ। ਤਾਂ ਜਦੋਂ ਆਪਾਂ ਸੈਮੀ ਕੋਲਨ ਲਗਾਉਂਦੇ ਹਾਂ ਤਾਂ ਉਹ ਇੱਕੋ ਕੰਪਾਊਂਡ ਸੈਂਟੈਂਸ ਬਣਾ ਦਿੰਦਾ। ਤਾਂ ਅਗਰ ਇਹਦੀ ਆਪਾਂ ਵਰਤੋਂ ਕਰਦੇ ਹਾਂ ਆਪਣੇ ਆਇਲਸ ਰਾਈਟਿੰਗ ਦੇ ਵਿੱਚ, ਤਾਂ ਸਾਡੀ ਜਿਹੜੀ ਗ੍ਰਾਮੈਟੀਕਲ ਰੇਂਜ ਹੈ ਉਹ ਇੰਪਰੂਵ ਹੋ ਜਾਂਦੀ ਹੈ, ਐਂਡ ਸਬਸੀਕੁਐਂਟਲੀ ਤੁਹਾਡਾ ਆਇਲਸ ਦਾ ਜਿਹੜੀ ਗ੍ਰੇਡਿੰਗ ਹੈ ਉਹ ਇੰਪਰੂਵ ਹੋ ਜਾਏਗੀ, ਤੁਹਾਨੂੰ ਸਕੋਰ ਵੱਧ ਮਿਲੇਗਾ।
make sure you try and use such kind of sentences in your IELTS writing. ਅੱਗੇ ਹੁਣ ਆਪਾਂ ਜਦੋਂ ਥੱਲੇ ਦੇਖੀਏ, ਤੁਸੀਂ ਸਕਰੀਨਸ਼ਾਟ ਦੇ ਥੱਲੇ ਦੇਖ ਸਕਦੇ ਹੋ, ਉੱਥੇ ਲਿਖਿਆ ਐਕਸ ਫਾਰਮਰਲੀ ਟਵਿੱਟਰ। ਫਾਰਮਰਲੀ ਦਾ ਕੀ ਮਤਲਬ ਹੁੰਦਾ? ਫਾਰਮਰਲੀ ਦਾ ਮਤਲਬ ਹੋਇਆ ਵੀ ਜੋ ਕਿ ਪਹਿਲਾਂ ਟਵਿੱਟਰ ਨਾਲ ਜਾਣੀ ਜਾਂਦੀ ਸੀ, ਹੁਣ ਉਹ ਟਵਿੱਟਰ ਨਹੀਂ ਹੈ, ਹੁਣ ਉਹ ਐਕਸ ਬਣ ਗਈ ਹੈ, ਨਾਮ ਉਹਦਾ ਚੇਂਜ ਕਰਤਾ। ਉਹਦਾ ਪਹਿਲਾ ਨਾਂ ਸੀਗਾ ਟਵਿੱਟਰ, ਠੀਕ ਹੈ। ਤਾਂ ਕਦੇ ਵੀ ਤੁਸੀਂ ਕਿਸੇ ਬੰਦੇ ਨੂੰ ਦੇਖਦੇ ਹੋ ਉਹਦਾ ਨਾਮ ਬਦਲਿਆ ਜਾਂਦਾ ਜਾਂ ਕਿਸੇ ਵੀ ਜਗ੍ਹਾ ਦਾ, ਠੀਕ ਹੈ, ਨਾਮ ਬਦਲਿਆ ਜਾਂਦਾ ਤਾਂ ਉਹਨੂੰ ਫਾਰਮਰਲੀ ਲਿਖਿਆ ਜਾਂਦਾ। ਜਿਵੇਂ ਕਿ ਅੱਜ ਬੈਂਗਲੁਰੂ ਹੈ, ਠੀਕ ਹੈ, ਤਾਂ ਇੱਥੇ ਕੀ ਲਿਖਿਆ ਹੋਊਗਾ? ਬੈਂਗਲੁਰੂ, ਬ੍ਰੈਕਟਸ ਕੀ ਲਿਖਾਂਗੇ? ਫਾਰਮਰਲੀ ਬੈਂਗਲੋਰ, ਠੀਕ ਹੈ। ਸਮਝ ਰਹੇ ਹੋ ਗੱਲ ਨੂੰ? ਤਾਂ ਅੱਗੇ ਕੀ ਲਿਖਿਆ? ਇਜ਼ ਮੂਵਿੰਗ ਟੂਵਰਡਸ, ਹੁਣ ਬਦਲ ਰਹੀ ਹੈ, ਮੂਵਿੰਗ ਟੂਵਰਡਸ x.com। ਮੂਵਿੰਗ ਕੀ ਹੈ? ਵਰਬ ਹੈ ਇੱਥੇ, ਠੀਕ ਹੈ, ਕਿਰਿਆ ਹੋ ਰਹੀ ਹੈ, ਠੀਕ ਹੈ, ਔਨ iOS। ਕੌਮਾ ਤੇ ਬਟ ਹੈ ਅੱਗੇ, ਦੇਖੋ ਹੁਣ ਬਟ ਵੈਬ URLs ਆਰ ਸਟਿਲ, ਬਟ ਕੌਮਾ ਤੇ ਬਟ। ਹੁਣ ਅਕਸਰ ਤੁਸੀਂ ਦੇਖਿਆ ਹੋਊਗਾ ਬਟ ਤੋਂ ਪਹਿਲਾਂ ਕੌਮਾ ਨਹੀਂ ਆਉਂਦਾ, ਸਮਝ ਰਹੇ ਹੋ? ਪਰ ਇੱਥੇ ਬਟ ਤੋਂ ਪਹਿਲਾਂ ਕੌਮਾ ਕਿਉਂ ਪਿਆ? ਕੀ ਇਹ ਗਲਤ ਹੈ? ਨਹੀਂ, ਗਲਤ ਨਹੀਂ ਹੈ, ਇਹ ਬੜੀ ਇੰਪੋਰਟੈਂਟ ਚੀਜ਼ ਹੈ। ਜਦ ਵੀ ਇੱਕ ਨੈਗੇਸ਼ਨ, ਪਹਿਲੀ ਗੱਲ ਸਮਝੋ ਬਟ ਕੀ ਕਨੈਕਟਰ ਹੈ, ਕਿਸ ਤਰੀਕੇ ਦਾ ਕਨੈਕਟਰ ਹੈ? ਨੈਗੇਟ ਕਰ ਰਿਹਾ, ਨੈਗੇਸ਼ਨ ਹੈ। ਨੈਗੇਸ਼ਨ ਮਤਲਬ ਨੈਗੇਟਿਵ ਕਰ ਰਿਹਾ ਚੀਜ਼ ਨੂੰ ਜਾਂ ਆਪੋਜ਼ਿਟ ਕਰ ਰਿਹਾ, ਠੀਕ ਹੈ। ਪਰ ਬਟ ਦਾ ਮਤਲਬ ਕੀ? ਪਰ, ਹੈ ਨਾ, ਪਰ ਮਤਲਬ ਕੁਝ ਗੜਬੜ ਹੈ ਜਾਂ ਕੁਝ ਬਦਲਾਵ ਹੈ ਜਾਂ ਇਹਦੇ 'ਚ ਕੁਝ ਚੀਜ਼ ਐਸੀ ਹੈ ਜਿਹੜੀ ਕਿ ਆਪੋਜ਼ਿਟ ਆ ਰਹੀ ਹੈ, ਠੀਕ ਹੈ। ਤਾਂ ਜਦੋਂ ਵੀ ਆਪਾਂ ਬਟ ਨੂੰ ਯੂਜ਼ ਕਰਦੇ ਹਾਂ ਤਾਂ ਜੇ ਉਸ ਤੋਂ ਪਹਿਲਾਂ ਕੌਮਾ ਪੈਂਦਾ ਤਾਂ ਇੱਕੋ ਇੱਕ ਸ਼ਰਤ 'ਤੇ ਪੈਂਦਾ ਵੀ ਬਟ ਤੋਂ ਅੱਗੇ ਆਉਣ ਵਾਲਾ ਜਿਹੜਾ ਸੈਂਟੈਂਸ ਹੈ ਜਾਂ ਫਰੇਜ਼ ਹੈ ਉਹ ਵੀ ਇੱਕ ਇੰਡੀਪੈਂਡੈਂਟ ਸੈਂਟੈਂਸ ਹੈ। ਇੰਡੀਪੈਂਡੈਂਟ ਸੈਂਟੈਂਸ ਕਿਵੇਂ ਹੋਇਆ? ਉਹਦੇ ਕੋਲ ਸਬਜੈਕਟ, ਵਰਬ ਤੇ ਆਬਜੈਕਟ ਹੋਣਾ ਚਾਹੀਦਾ ਆਪਣਾ। ਸਬਜੈਕਟ ਕੀ ਇੱਥੇ? ਵੈਬ URLs, ਇਹ ਸਬਜੈਕਟ ਹੈ। ਆਰ ਸਟਿਲ ਰੀਡਾਇਰੈਕਟਿੰਗ, ਇਹ ਵਰਬ ਹੈ, ਠੀਕ ਹੈ। ਤੇ ਟੂ twitter.com ਇਹ ਕੀ ਹੈ? ਆਬਜੈਕਟ ਹੈ। So we've got another independent sentence. So when we are connecting independent sentence to a previously written independent sentence which is before but and comma in this case, then we can use comma before but, and this makes it into a compound sentence. Again, ਹੁਣ ਕੰਪਾਊਂਡ ਸੈਂਟੈਂਸ ਬਣਾਉਣ ਦਾ ਇੱਕ ਤਰੀਕਾ ਉੱਪਰ ਆਪਾਂ ਡਿਸਕਸ ਕੀਤਾ ਸੀ ਜਿਹਦੇ 'ਚ ਆਪਾਂ ਸੈਮੀਕੋਲਨ ਯੂਜ਼ ਕੀਤਾ। ਤਾਂ ਦੂਜਾ ਤਰੀਕਾ ਆਇਆ comma ਤੇ but। ਅਗੇਨ ਇਹ ਕੰਪਾਊਂਡ ਸੈਂਟੈਂਸ ਬਣਾ ਰਿਹਾ, ਅਗੇਨ ਇਹ ਤੁਹਾਡੀ ਗ੍ਰਾਮੈਟੀਕਲ ਰੇਂਜ ਨੂੰ ਇੰਪਰੂਵ ਕਰ ਰਿਹਾ, ਤੁਹਾਡੇ ਸਕੋਰ ਵਧਣਗੇ ਐਂਡ ਇਟ ਵਿਲ ਹੈਲਪ ਯੂ ਇਨ ਯੋਰ IELTS ਰਾਈਟਿੰਗ। ਮੇਕ ਸ਼ੋਰ ਯੂ ਯੂਜ਼ ਇਟ। ਹੁਣ ਇਹ ਦੂਸਰਾ ਤੁਸੀਂ ਸਕਰੀਨਸ਼ਾਟ ਦੇਖੋ, ਇਹਦੇ 'ਚ ਕੀ ਲਿਖਿਆ? ਇਹਦੇ 'ਚ ਕਹਿੰਦਾ ਜੀ ਟਵਿੱਟਰ ਅੰਡਰਵੈਂਟ। ਅੰਡਰਵੈਂਟ ਦਾ ਕੀ ਮਤਲਬ ਹੈ? ਅੰਡਰਵੈਂਟ ਕਿਹਦਾ ਪਾਸਟ ਟੈਂਸ ਹੈ? ਅੰਡਰਗੋ ਦਾ। ਅੰਡਰਗੋ ਦਾ ਕੀ ਮਤਲਬ ਹੁੰਦਾ? ਜਦੋਂ ਵੈਨ ਯੂ ਐਕਸਪੀਰੀਅੰਸ ਅ ਚੇਂਜ, ਵੈਨ ਯੂ ਆਰ ਐਕਸਪੀਰੀਅੰਸਿੰਗ ਸਮਥਿੰਗ, ਰਾਈਟ। ਸੋ ਅੰਡਰਵੈਂਟ ਅ ਮੈਸਿਵ ਰੀਬ੍ਰਾਂਡਿੰਗ। ਹੁਣ ਮੈਸਿਵ ਕਿਆ? ਹੁਣ ਆਮ ਤੌਰ 'ਤੇ ਅਸੀਂ ਕੀ ਕਹਿੰਦੇ ਹਾਂ? ਬਿਗ, ਹੈ ਨਾ, ਆਮ ਤੌਰ 'ਤੇ ਬਿਗ ਰੀਬ੍ਰਾਂਡਿੰਗ, ਠੀਕ ਹੈ। ਤਾਂ ਇੱਥੇ ਮੈਸਿਵ ਯੂਜ਼ ਕੀਤਾ। ਹੁਣ ਇੱਥੇ ਮੇਕ ਸ਼ੋਰ ਤੁਸੀਂ ਕੋਈ ਵੀ ਹੋਰ ਵਰਡ ਨਹੀਂ ਯੂਜ਼ ਕਰ ਸਕਦੇ। ਤੁਸੀਂ ਇੱਥੇ ਜਾਇਜੈਂਟਿਕ ਨਹੀਂ ਕਹਿ ਸਕਦੇ, ਕਿਉਂਕਿ ਜਾਇਜੈਂਟਿਕ ਕੀ ਹੁੰਦਾ ਹੈ? ਜਾਇਜੈਂਟਿਕ ਸਿਰਫ ਆਕਾਰ ਨੂੰ ਪੇਸ਼ ਕਰਦਾ, ਦੱਸਦਾ ਵੀ ਜਿਵੇਂ ਹਾਥੀ ਹੈ, ਐਲੀਫੈਂਟ, ਠੀਕ ਹੈ, ਉਹਦਾ ਆਕਾਰ ਬਹੁਤ ਵੱਡਾ, ਤਾਂ ਆਪਾਂ ਕਹਿ ਸਕਦੇ ਹਾਂ ਇਟਸ ਅ ਜਾਇਜੈਂਟਿਕ ਐਨੀਮਲ, ਠੀਕ ਹੈ। ਪਰ ਜਿਹੜਾ ਮੈਸਿਵ ਵਰਡ ਹੈ ਉਹ ਸਿਰਫ ਆਕਾਰ ਨੂੰ ਨਹੀਂ ਦੱਸਦਾ, ਉਹ ਦੱਸਦਾ ਵੀ ਕਿੰਨੀ ਡੂੰਘਾਈ ਦੇ ਨਾਲ ਉਹਦੇ 'ਚ ਬਦਲਾਅ ਆ ਰਿਹਾ, ਕਿਹੜੇ ਕਿਹੜੇ ਪੱਖੋਂ ਅੰਦਰੋਂ ਉਹਦੇ ਬਦਲਾਅ ਆ ਰਿਹਾ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਮੈਸਿਵ ਰੀਬ੍ਰਾਂਡਿੰਗ, ਬਹੁਤ ਵੱਡੇ ਲੈਵਲ 'ਤੇ ਆ ਰਿਹਾ, ਠੀਕ ਹੈ। Massive rebranding exercise recently to changed its name and logo to X। ਜਿਵੇਂ ਕਿ ਆਪਾਂ ਦੇਖਿਆ ਵੀ ਉਹਦਾ ਨਾਮ ਤੇ ਲੋਗੋ X ਨੂੰ ਚੇਂਜ ਹੋ ਗਿਆ, ਠੀਕ ਹੈ। ਤਾਂ ਫਿਰ ਕੀ ਦੱਸਿਆ? ਦ ਕੰਪਨੀ। ਹੁਣ ਦ ਕੰਪਨੀ ਕਿਉਂ ਕਿਹਾ? ਕਿਉਂਕਿ ਕੰਪਨੀ ਦਾ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਜਦ ਵੀ ਕਿਸੇ ਚੀਜ਼ ਦਾ ਜ਼ਿਕਰ ਪਹਿਲਾਂ ਕਰਦੇ ਹਾਂ ਤਾਂ ਉਹਦਾ ਦੁਬਾਰਾ ਜਦੋਂ ਜ਼ਿਕਰ ਹੁੰਦਾ ਤਾਂ ਉਹਨੂੰ ਦ ਦੇ ਨਾਲ ਡਿਨੋਟ ਕਰਦੇ ਹਾਂ। ਜਿਵੇਂ ਕਿ ਆਪਾਂ ਕਹਿੰਦੇ ਹਾਂ ਵੀ ਮਾਈ ਫਰੈਂਡ ਬਾਟ, ਜਿਵੇਂ ਮਾਈ ਫਰੈਂਡ ਸ਼ਿਵਮ ਬਾਟ ਅ ਨਿਊ ਕਾਰ, ਠੀਕ ਹੈ, ਅ ਨਿਊ ਕਾਰ, ਅ ਨਿਊ ਟੈਸਲਾ ਕਾਰ, ਠੀਕ ਹੈ। ਤਾਂ ਜਦੋਂ ਦੁਬਾਰਾ ਉਸੇ ਗੱਡੀ ਬਾਰੇ ਤੁਸੀਂ ਜ਼ਿਕਰ ਕਰੋਗੇ ਤਾਂ ਕੀ ਕਹੋਗੇ? ਦ ਕਾਰ। ਦੁਬਾਰਾ ਕਹਿਣ ਦੀ ਲੋੜ ਨਹੀਂ ਨਾ, ਕਿਉਂਕਿ ਦੁਬਾਰਾ ਜ਼ਿਕਰ ਮਤਲਬ ਇੱਕ ਵਾਰ ਦੱਸ ਚੁੱਕੇ ਹੋ, ਠੀਕ ਹੈ। ਤਾਂ ਅੱਗੇ ਕੀ ਲਿਖਿਆ? ਦ ਕੰਪਨੀ ਰਿਪਲੇਸਡ ਦ ਲੋਗੋਸ। ਹੁਣ ਰਿਪਲੇਸਡ ਵਰਡ ਯੂਜ਼ ਕੀਤਾ ਗਿਆ, ਦੇਖ ਰਹੇ ਹੋ। ਰਿਪਲੇਸ ਦੀ ਜਗ੍ਹਾ 'ਤੇ ਚੇਂਜ ਵੀ ਕਹਿ ਸਕਦੇ ਸੀ, ਪਰ ਵਰਡ ਰਿਪਲੇਸ ਹੈ। ਲੱਗਦਾ ਸਿੰਪਲ ਹੈ, ਪਰ ਤੁਸੀਂ ਜਦੋਂ ਸੋਚਦੇ ਹੋ ਨਾ ਵੀ ਅਸੀਂ ਜਦੋਂ ਲਿਖਣਾ ਹੁੰਦਾ ਜਾਂ ਬੋਲਣਾ ਹੁੰਦਾ ਉਦੋਂ ਮੂੰਹ 'ਚ ਵਰਡ ਨਹੀਂ ਆਉਂਦਾ ਰਿਪਲੇਸਡ, ਕਿਉਂਕਿ ਆਮ ਤੌਰ 'ਤੇ ਬੰਦਾ ਚੇਂਜ ਕਹਿ ਦਿੰਦਾ। ਤਾਂ ਬਹੁਤ ਇੰਪੋਰਟੈਂਟ ਵੋਕੈਬਲਰੀ ਹੈ। ਉਵੇਂ ਅੱਗੇ ਕੀ ਦੇਖੋ, ਦ ਕੰਪਨੀ ਰਿਪਲੇਸ ਦ ਲੋਗੋਸ ਔਨ ਦ ਵੈਬਸਾਈਟ ਐਂਡ ਦ ਐਪਸ ਐਜ਼ ਵੈਲ ਐਜ਼ ਇਟਸ ਓਨ ਹੈਡਕੁਆਟਰਸ। ਅੱਗੇ ਨੇਮਸ ਵਰ ਚੇਂਜਡ। ਹੁਣ ਦੇਖੋ ਵਰਡ ਰਿਪਲੇਸ ਆਲਰੇਡੀ ਯੂਜ਼ ਕਰ ਚੁੱਕੇ ਹਾਂ ਤਾਂ ਆਪਾਂ ਚੇਂਜ ਯੂਜ਼ ਕਰ ਰਹੇ ਹਾਂ। ਇਹਦੇ ਨਾਲ ਕੀ ਹੋ ਰਿਹਾ? ਵੋਕੈਬਲਰੀ ਰੇਂਜ ਵੱਧ ਰਹੀ ਸਾਡੀ। ਆਪਾਂ IELTS ਐਗਜ਼ਾਮੀਨਰ ਨੂੰ ਦਿਖਾ ਰਹੇ ਹਾਂ ਵੀ ਮੇਰੇ ਕੋਲ ਸੈਟ ਆਫ ਵੋਕੈਬਲਰੀ ਹੈ, ਤਾਂ ਕਿ ਮੈਂ ਉਹਨੂੰ ਇਹ ਨਾ ਸ਼ੋ ਕਰਾਂ ਵੀ ਮੈਨੂੰ ਹੋਰ ਨਹੀਂ ਕੁਛ ਆਉਂਦਾ ਵਰਡ ਇਸ ਜਗ੍ਹਾ 'ਤੇ ਯੂਜ਼ ਕਰਨ ਲਈ, ਠੀਕ ਹੈ। ਕਿਉਂਕਿ ਮੈਂ ਜੇ ਦਿਖਾਊਂਗਾ ਮੈਨੂੰ ਹੋਰ ਕੋਈ ਵਰਡ ਨਹੀਂ ਆਉਂਦਾ ਯੂਜ਼ ਕਰਨ ਲਈ ਤਾਂ ਮੇਰੇ ਨੰਬਰ ਘੱਟ ਜਾਣਗੇ। ਮੈਂ ਜੇ ਆਪਣੀ ਵੋਕੈਬਲਰੀ ਰੇਂਜ 'ਚ ਨੰਬਰ ਵਧਾਉਣੇ ਨੇ, ਜੋ ਕਿ 25% ਹਿੱਸਾ ਆ ਸਾਡੀ IELTS ਦੀ ਸਪੀਕਿੰਗ ਜਾਂ ਰਾਈਟਿੰਗ ਦੀ ਵੈਲੂਏਸ਼ਨ ਦਾ, ਤਾਂ ਬਹੁਤ ਇੰਪੋਰਟੈਂਟ ਹੈ ਸਾਨੂੰ ਰੇਂਜ ਨੂੰ ਵਧਾਉਣਾ ਆਪਣਾ, ਠੀਕ ਹੈ।
ਤਾਂ ਨੇਮਸ ਵਰ ਚੇਂਜਡ ਆਲ ਆਫ ਦੀ ਐਸੋਸੀਏਟ ਪ੍ਰੋਡਕਟਸ। ਐਸੋਸੀਏਟ ਕੀ ਹੁੰਦਾ? ਜਿਹੜੇ ਨਾਲ ਦੇ ਮਿਲਦੇ ਜੁਲਦੇ ਪ੍ਰੋਡਕਟਸ ਹੁੰਦੇ ਨੇ, ਠੀਕ ਹੈ। ਕੋਈ ਵੀ ਚੀਜ਼ ਦੇ ਕੰਸਰਨਡ ਕੋਈ ਹੋਰ ਚੀਜ਼ਾਂ ਨੇ, ਉਹਨਾਂ ਨੂੰ ਕਹਿੰਦੇ ਆਪਾਂ ਐਸੋਸੀਏਟ, ਠੀਕ ਹੈ। ਤਾਂ ਇਹਨੂੰ ਵਰਡ ਨੂੰ ਯੂਜ਼ ਕਰਨਾ ਸਿੱਖੋ, ਠੀਕ ਹੈ। ਤਾਂ ਐਸੋਸੀਏਟ ਪ੍ਰੋਡਕਟਸ ਸਚ ਐਜ਼ Twitter Blue subscription became X Blue subscription and Twitter Deck became X Pro, ठीक है। ਉਸ ਤੋਂ ਬਾਅਦ ਕਹਿੰਦਾ but it appears, appears ਦਾ ਮਤਲਬ ਕੀ ਇਹਦਾ ਮਹਿਸੂਸ ਹੋ ਰਿਹਾ, noticeable ਹੈ, right? You can perceive it, it appears, ਠੀਕ ਹੈ। it appears that the transition, ਹੁਣ the transition ਕਿਹੜੀ, ਜਿਹੜੀ ਉੱਪਰ ਆਪਾਂ ਦਿਖਾ ਰਹੇ ਹਾਂ ਬਦਲਾਵ ਆਇਆ, ਉਹਨੂੰ ਕਹਿ ਰਹੇ ਹਾਂ the transition, ਠੀਕ ਹੈ। ਟ੍ਰਾਂਜੀਸ਼ਨ ਵਰਡ ਨੂੰ ਯੂਜ਼ ਕਰੋ। ਤੁਸੀਂ ਕਹਿ ਸਕਦੇ ਹੋ ਜਿਵੇਂ ਟ੍ਰਾਂਜੀਸ਼ਨ ਨੂੰ ਆਪਣੀ ਜ਼ਿੰਦਗੀ ਨਾਲ ਯੂਜ਼ ਕਰੋ। I transitioned from being an introvert to an extrovert today। ਵੀ ਪਹਿਲਾਂ ਮੈਂ ਇੰਟਰੋਵਰਟ ਸੀ, ਮੈਨੂੰ ਬੋਲਣਾ ਨਹੀਂ ਸੀ ਆਉਂਦਾ, ਮੈਂ ਬੋਲ ਹੀ ਨਹੀਂ ਸਕਦਾ, ਹਿੰਮਤ ਨਹੀਂ ਸੀ ਹੁੰਦੀ ਸੀ, ਪਰ ਅੱਜ ਮੈਂ ਐਕਸਟਰੋਵਰਟ ਬਣ ਗਿਆ। ਅੱਜ ਮੈਨੂੰ ਲੋਕਾਂ ਨਾਲ ਗੱਲ ਕਰਨੀ ਪਸੰਦ ਹੈ, ਠੀਕ ਹੈ। ਅੱਜ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ ਕਿਸੇ ਨਾਲ ਵੀ। ਤਾਂ ਇਹ ਟ੍ਰਾਂਜੀਸ਼ਨ ਆਇਆ ਹੈ ਨਾ। ਤਾਂ ਟ੍ਰਾਂਜੀਸ਼ਨ ਨੂੰ ਯੂਜ਼ ਕਰਨਾ ਸਿੱਖੋ ਆਪਣੀ ਡੇਲੀ ਲਾਈਫ ਦੇ ਵਿੱਚ, ਤਾਂ ਉਹਨੂੰ ਤੁਸੀਂ ਅਸਲ 'ਚ ਵੀ ਯੂਜ਼ ਕਰ ਪਾਓਗੇ ਜਦ ਵੀ ਵਰਡ ਨੂੰ ਵਰਤਣਾ ਹੋਏਗਾ, ਠੀਕ ਹੈ। ਤਾਂ ਦ ਟ੍ਰਾਂਜੀਸ਼ਨ ਇਜ਼ ਨਾਟ ਕੰਪਲੀਟ ਯੈਟ। ਹੁਣ ਇੱਥੇ ਲਿਖਿਆ ਇਜ਼ ਨਾਟ ਕੰਪਲੀਟ ਯੈਟ। ਹੁਣ ਆਮ ਤੌਰ 'ਤੇ ਤੁਸੀਂ ਕੀ ਲਿਖਦੇ ਜਾਂ ਤੁਸੀਂ ਕੀ ਬੋਲਦੇ? ਆਪਾਂ ਗਲਤੀ ਕਰਦੇ ਹਾਂ, ਆਪਾਂ ਕਹਿੰਦੇ ਹਾਂ ਦ ਟ੍ਰਾਂਜੀਸ਼ਨ ਇਜ਼ ਨਾਟ ਕੰਪਲੀਟ, ਅਤੇ ਇਹ ਅਧੂਰੀ ਗੱਲ ਆ। ਜਦ ਤੱਕ ਯੈਟ ਨੂੰ ਨਹੀਂ ਨਾ ਲਗਾਵਾਂਗੇ ਤਦ ਤੱਕ ਗੱਲ ਪੂਰੀ ਨਹੀਂ ਹੋਊਗੀ, ਕਿਉਂਕਿ ਯੈਟ ਕੀ ਦੱਸਦਾ ਵੀ ਹੁਣ ਤੱਕ। ਇਟਸ ਨਾਟ ਕੰਪਲੀਟ ਯੈਟ। ਮੇਕ ਸ਼ੋਰ ਯੂ ਇੰਪਰੂਵ ਯੋਰ ਵਕੈਬੂਲਰੀ, ਠੀਕ ਹੈ। ਤਾਂ ਸਾਨੂੰ ਫਰੇਜ਼ਸ ਲਿਖਣੇ ਪੂਰੇ ਸਹੀ ਤਰੀਕੇ ਨਾਲ ਆਉਣੇ ਚਾਹੀਦੇ, ਸੈਂਟੈਂਸ ਕੰਪਲੀਸ਼ਨ ਤਾਂ ਹੁੰਦੀ ਹੈ। ਅੱਛਾ, ਫਿਰ ਕੀ ਲਿਖਿਆ ਦੇਖੋ, ਕਹਿੰਦਾ ਜੀ ਅਕੋਰਡਿੰਗ ਟੂ ਰਿਪੋਰਟਸ। ਹੁਣ ਦਿਸ ਇਜ਼ ਹਾਊ ਦੀ ਰਾਈਟਰ, ਠੀਕ ਹੈ, ਉਹ ਵੈਲੀਡੇਟ ਕਰ ਰਿਹਾ ਆ ਆਪਣੇ ਉੱਪਰ ਆਰਗੂਮੈਂਟ ਦੇ ਐਕਸਟੈਂਸ਼ਨ ਨੂੰ, ਸਮਝ ਰਹੇ ਹੋ। ਸਿਮਿਲਰਲੀ ਵਾਟ ਯੂ ਵੁੱਡ ਡੂ ਇਨ ਯੋਰ ਬੋਡੀ ਪੈਰਾਗ੍ਰਾਫਸ ਇਨ ਯੋਰ ਆਇਲਸ ਰਾਈਟਿੰਗ। ਤਾਂ ਤੁਸੀਂ ਵੈਲੀਡੇਸ਼ਨ ਦੇਣੀ ਹੈ। ਅਗਰ ਤੁਸੀਂ ਵੈਲੀਡੇਸ਼ਨ ਨਹੀਂ ਦਿੰਦੇ ਹੋ, ਯੂ ਕਾਂਟ ਸਕੋਰ ਅ 7 ਇਨ ਰਾਈਟਿੰਗ, ਮਾਈਂਡ ਇਟ। ਅਗਰ ਤੁਹਾਨੂੰ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਆਇਲਸ ਦੇ ਰਾਈਟਿੰਗ ਬੈਂਡ ਡਿਸਕ੍ਰਿਪਟਰਸ ਫॉर ਟਾਸਕ 2 ਨੂੰ ਆਇਲਸ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਜਿੱਥੇ ਕਲੀਅਰਲੀ ਇਹ ਮੈਂਸ਼ਨਡ ਆ। ਤਾਂ ਇਹਨੇ ਦੇਖੋ ਕਿਵੇਂ ਮੈਂਸ਼ਨ ਕੀਤਾ ਤੁਹਾਨੂੰ ਵੈਲੀਡੇਸ਼ਨ, ਸਬੂਤ ਕਿਵੇਂ ਦੇ ਰਿਹਾ। ਉਹ ਕਹਿ ਰਿਹਾ ਜੀ ਅਕੋਰਡਿੰਗ ਟੂ ਰਿਪੋਰਟਸ some users have observed that, some users, ਹੁਣ ਅਸੀਂ ਕੀ ਕਹਿ ਦਿੰਦੇ ਹਾਂ some people, ਪਰ ਬੈਟਰ ਵੋਕੈਬਲਰੀ ਕੀ ਹੈ some users, ਜਿਹੜੇ ਕਿ ਵਰਤਦੇ ਨੇ, ਠੀਕ ਹੈ, ਟਵਿੱਟਰ ਨੂੰ। ਤਾਂ some users have observed ਕਹਿ ਸਕਦੇ ਹਾਂ, noticed ਕਹਿ ਸਕਦੇ ਹਾਂ, perceived ਕਹਿ ਸਕਦੇ ਹਾਂ। ਤਾਂ ਤੁਹਾਡੇ ਕੋਲ ਸੈਟ ਆਫ ਵੋਕੈਬਲਰੀ ਹੋਣੀ ਚਾਹੀਦੀ ਹੈ, ਠੀਕ ਹੈ। have observed that the URLs generated from the share sheet of the X app। ਸ਼ੇਅਰ ਸ਼ੀਟ ਕੀ ਹੁੰਦਾ? ਜਦੋਂ ਆਪਾਂ ਸ਼ੇਅਰ ਕਰਦੇ ਹਾਂ ਨਾ, ਮੰਨ ਲਓ ਕੋਈ ਵੀ ਚੀਜ਼ ਟਵਿੱਟਰ ਤੋਂ ਕਿਸੇ ਹੋਰ ਨੂੰ, ਠੀਕ ਹੈ, ਤਾਂ ਥੱਲੋਂ ਜਦੋਂ ਆਪਸ਼ਨ ਖੁੱਲ੍ਹਦਾ ਹੈ ਵੀ ਹਾਂਜੀ ਤੁਸੀਂ ਕਿਹੜੀ ਐਪਲੀਕੇਸ਼ਨ 'ਤੇ ਉਹਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਕਿਹਨੂੰ ਆਪਣੇ ਕੰਟੈਕਟਸ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਉਹ ਸ਼ੇਅਰ ਸ਼ੀਟ ਹੁੰਦੀ ਹੈ। ਹੁਣ ਕਹਿੰਦਾ ਜਿੱਥੇ URL ਜਨਰੇਟ ਹੁੰਦਾ ਨਾ ਸ਼ੇਅਰ ਸ਼ੀਟ 'ਤੇ ਆਫ ਦੀ X ਐਪ ਔਨ iOS, ਉਹ ਕਿੱਥੋਂ ਸ਼ੁਰੂ ਹੁੰਦਾ? ਸਟਾਰਟ ਵਿਦ x.com। ਪਹਿਲਾਂ twitter.com ਹੁੰਦਾ ਸੀ, ਹੁਣ x.com ਨਾਲ ਹੁੰਦਾ। ਜਦੋਂ ਕਿ ਅੱਗੇ ਉਹਨੇ ਲਿਖਿਆ ਵੀ ਹੈ ਇੰਸਟੈਡ ਆਫ ਦ ਫੈਮਿਲੀਅਰ twitter.com। ਫੈਮਿਲੀਅਰ ਮਤਲਬ ਕੀ ਹੁੰਦਾ? ਜਿਹਦੇ ਨਾਲ ਤੁਸੀਂ ਜਾਣੂ ਹੁੰਦੇ ਹੋ, ਠੀਕ ਹੈ। ਜਿਹੜਾ ਟਿਪੀਕਲ ਜਾਂ ਨਾਮ ਹੁੰਦਾ ਉਹਦੇ ਨਾਲ ਫੈਮਿਲੀਅਰ ਹੁੰਦਾ, ਉਹਨੂੰ ਕਹਿੰਦੇ ਆਪਾਂ ਫੈਮਿਲੀਅਰ। ਤਾਂ ਤੁਸੀਂ ਇਹਨੂੰ ਵੀ ਯੂਜ਼ ਕਰ ਸਕਦੇ ਹੋ ਫੈਮਿਲੀਅਰ ਨੂੰ ਆਪਣੀ ਆਇਲਸ ਸਪੀਕਿੰਗ ਅਤੇ ਆਇਲਸ ਰਾਈਟਿੰਗ ਦੇ ਨਾਲ। ਹੁਣ ਅੱਗੇ ਬਹੁਤ ਇੰਪੋਰਟੈਂਟ ਚੀਜ਼ ਆ, ਦੇਖੋ ਉਹਨੇ ਅੱਗੇ ਵਾਲੀ ਇਨਫੋਰਮੇਸ਼ਨ ਨੂੰ ਪਿਛਲੀ ਇਨਫੋਰਮੇਸ਼ਨ ਦੇ ਨਾਲ ਉਹਨੇ ਕਿਵੇਂ ਕਨੈਕਟ ਕੀਤਾ। ਉਹਨੇ ਕਿਹਾ ਸੋ ਫਾਰ ਦਾ ਮਤਲਬ ਕੀ? ਹੁਣ ਤੱਕ। ਹੁਣ ਤੁਸੀਂ ਸੋ ਫਾਰ ਯੂਜ਼ ਕਰਨਾ ਹੋਵੇ ਤਾਂ ਤੁਸੀਂ ਕੀ ਕਹਿ ਸਕਦੇ ਹੋ? ਤੁਸੀਂ ਕਹਿ ਸਕਦੇ ਹੋ ਸੋ ਫਾਰ I haven't been able to achieve my desired band score in IELTS writing। ਸੋ ਫਾਰ ਮਤਲਬ ਹੁਣ ਤੱਕ ਮੈਂ ਅਚੀਵ ਨਹੀਂ ਕਰ ਪਾਇਆ ਜੋ ਮੈਨੂੰ ਚਾਹੀਦੇ ਸੀਗੇ। ਅਗਰ ਤੁਹਾਨੂੰ 7 ਬੈਂਡ ਚਾਹੀਦੇ ਤਾਂ ਤੁਸੀਂ ਕਹਿ ਰਹੇ ਹੋ ਸੋ ਫਾਰ ਆਈ ਹੈਵਨਟ ਬੀਨ ਏਬਲ ਟੂ ਸਕੋਰ ਅ 7 ਇਨ ਰਾਈਟਿੰਗ। ਸਮਝ ਰਹੇ ਹੋ। ਦ ਚੇਂਜ ਅੱਗੇ ਕੀ ਹੈ? ਦ ਚੇਂਜ ਕੀ ਹੈ? ਦ ਬਦਲਾਵ, ਜਿਹੜਾ ਉੱਪਰ ਆਇਆ ਸੀ, ਜਿਵੇਂ ਉੱਪਰ ਆਇਆ ਸੀ ਦ ਟ੍ਰਾਂਜੀਸ਼ਨ, ਉਹੀ ਬਦਲਾਵ ਦ ਚੇਂਜ। ਹੁਣ ਵਰਡ ਟ੍ਰਾਂਜੀਸ਼ਨ ਵੀ ਆਇਆ ਅਤੇ ਚੇਂਜ ਵੀ ਆਇਆ। ਅਗੇਨ vocabulary range, mind it. So far the change has only been seen in the iPhone OS मतलब operating system, and both web links and the Android app continue। ਹੁਣ ਮੇਕ ਸ਼ੋਰ ਇੱਥੇ ਵਰਡ ਕੰਟੀਨਿਊ ਨੂੰ ਮੈਂ ਅੰਡਰਲਾਈਨ ਕੀਤਾ ਰੈਡ ਦੇ ਫਾਰਮ 'ਚ। ਕਿਉਂ ਕੀਤਾ? ਦੇਖੋ ਤੁਸੀਂ ਜੇ ਇਕੱਲਾ ਪੜ੍ਹੋਗੇ ਐਂਡਰੋਇਡ ਐਪ ਤਾਂ ਤੁਸੀਂ ਕਹੋਗੇ ਸਬਜੈਕਟ ਸਿੰਗੂਲਰ ਹੈ ਐਂਡਰੋਇਡ ਐਪ, ਅਤੇ ਪਲੂਰਲ ਹੋਣਾ ਚਾਹੀਦਾ, ਵਰਬ ਕੰਟੀਨਿਊਸ ਹੋਣਾ ਚਾਹੀਦਾ, ਪਰ ਗਲਤ ਹੈ। ਵੈਸੇ ਕਨਸੈਪਟ ਠੀਕ ਹੈ, ਪਰ ਇੱਥੇ ਗਲਤ ਹੈ। ਕਿਉਂ? ਕਿਉਂਕਿ ਇੱਥੇ ਸਬਜੈਕਟ ਸਿਰਫ ਐਂਡਰੋਇਡ ਐਪ ਨਹੀਂ ਹੈ, ਸਬਜੈਕਟ 2 ਨੇ, ਵੈਬ ਲਿੰਕਸ ਐਂਡ ਐਂਡਰੋਇਡ ਐਪ। ਗੱਲ ਸਮਝ ਰਹੇ ਹੋ? ਇੱਕ ਹੈ ਵੈਬ ਲਿੰਕਸ, ਦੂਸਰਾ ਹੈ ਐਂਡਰੋਇਡ ਐਪ। ਇਹ ਦੋ ਜਦੋਂ ਸਬਜੈਕਟਸ ਹੁੰਦੇ ਨੇ ਤਾਂ ਵਰਬ ਸਾਡਾ ਸਿੰਗੂਲਰ ਰਹਿੰਦਾ, ਇਸ ਕਰਕੇ ਇੱਥੇ ਵਰਡ ਹੈ ਕੰਟੀਨਿਊ, ਮਾਈਂਡ ਇਟ। ਨਾ ਕੰਟੀਨਿਊ ਟੂ ਸ਼ੋ ਦੀ ਯੂਜੂਅਲ ਡੋਮੇਨ। ਯੂਜੂਅਲ ਦਾ ਮਤਲਬ ਕੀ ਹੈ? ਜਿਹੜੀ ਕਿ ਫੈਮਿਲੀਅਰ ਹੁੰਦੀ ਹੈ, ਜਿਹੜੇ ਕਿ ਵਰਡ ਪਰ ਫੈਮਿਲੀਅਰ ਯੂਜ਼ ਕੀਤਾ ਸੀ, ਹੁਣ ਆਪਾਂ ਯੂਜੂਅਲ ਕਹਿ ਸਕਦੇ ਹਾਂ, ਇਹਨੂੰ ਟਿਪੀਕਲ ਵੀ ਕਹਿ ਸਕਦੇ ਹਾਂ।
ਤਾਂ ਵੋਕੈਬਲਰੀ ਦੀ ਰੇਂਜ ਜਿਹੜੀ ਹੈ ਸਾਡੀ ਇੰਪਰੂਵ ਹੋ ਰਹੀ ਹੈ। ਠੀਕ ਹੈ, ਅੱਗੇ ਕਹਿੰਦਾ ਲਾਸਟ ਲਾਈਨ 'ਚ, ਬਟ ਦੈਟ ਕੈਨ ਆਲਸੋ ਚੇਂਜ ਇਨ ਦ ਨੀਅਰ ਫਿਊਚਰ। ਨੀਅਰ ਫਿਊਚਰ ਦਾ ਮਤਲਬ ਕੀ ਹੁੰਦਾ? ਵੈਰੀ ਸੂਨ। ਠੀਕ ਹੈ, ਸੂਨ ਟੂ ਬੀ ਐਕਸਪੈਕਟਿਡ। ਠੀਕ ਹੈ, ਤਾਂ ਜਦੋਂ ਵੀ ਆਪਾਂ ਗੱਲ ਕਰਨੀ ਹੈਗੀ ਹੈ ਵੀ ਇਹ ਚੀਜ਼ ਬਦਲਾਅ ਹੋ ਸਕਦੀ ਹੈ। ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਵੀ ਆਈ ਹੋਪ ਟੂ ਮੂਵ ਅਬਰੋਡ ਫॉर ਮਾਈ ਫਰਦਰ ਸਟੱਡੀਜ਼ ਵੈਰੀ ਸੂਨ, ਤਾਂ ਮਤਲਬ ਬਹੁਤ ਛੇਤੀ। ਠੀਕ ਹੈ, ਤਾਂ ਦੇਖੋ ਇਹ ਤੁਹਾਡੇ ਸਾਹਮਣੇ ਮੈਂ ਇਹਨੂੰ ਕੱਲੀ ਕੱਲੀ ਚੀਜ਼ਾਂ ਨੂੰ ਹਾਈਲਾਈਟ ਕਰਕੇ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਆਪਣੇ ਕਿਵੇਂ ਵੋਕੈਬਲਰੀ ਨੂੰ ਇੰਪਰੂਵ ਕਰ ਸਕਦੇ ਹੋ ਇਨ ਟਰਮਸ ਆਫ ਦੀ ਐਡਜੈਕਟਿਵ ਐਂਡ ਦੀ ਵਰਬ। ਠੀਕ ਹੈ, ਤੇ ਕੁਝ ਫਰੇਜ਼ਸ ਵੀ ਹੁੰਦੇ ਨੇ, ਜਿਵੇਂ ਕਿ ਆਪਾਂ ਸਟਾਰਟਿੰਗ 'ਚ ਦੇਖਿਆ ਵੀ ਮੈਸਿਵ ਰੀਬ੍ਰਾਂਡਿੰਗ ਹੈ। ਮੈਸਿਵ ਕੀ ਹੈ? ਮੈਸਿਵ ਐਡਜੈਕਟਿਵ ਹੈ, ਖਾਸੀਅਤ ਦੱਸ ਰਿਹਾ। ਰੀਬ੍ਰਾਂਡਿੰਗ ਕਿਸ ਲੈਵਲ ਤੇ ਹੋ ਰਹੀ ਹੈ? ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ। ਠੀਕ ਹੈ, ਤਾਂ ਪਹਿਲੀ ਗੱਲ, ਹੁਣ ਜਦੋਂ ਤੁਸੀਂ ਇੱਦਾਂ ਚੀਜ਼ਾਂ ਨੂੰ ਹਾਈਲਾਈਟ ਕਰਕੇ ਇਹਦਾ ਮਤਲਬ ਸਮਝਦੇ ਹੋ, ਠੀਕ ਹੈ, ਤਾਂ ਤੁਹਾਨੂੰ ਕਲੈਰਿਟੀ ਆ ਜਾਊਗੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ? ਉਸ ਤੋਂ ਬਾਅਦ ਤੁਹਾਡਾ ਫਰਜ਼ ਹੈ ਵੀ ਤੁਸੀਂ ਉਸੇ ਕੌਂਟੈਕਸਟ ਨੂੰ ਦੁਬਾਰਾ ਚੱਜ ਨਾਲ ਪੜ੍ਹੋ, ਜਿੰਨਾ ਉੱਚੀ ਪੜ੍ਹ ਸਕਦੇ ਹੋ ਪੜ੍ਹੋ। ਠੀਕ ਹੈ, ਕਿਉਂਕਿ ਪੜ੍ਹਨ ਦੇ ਨਾਲ ਕੀ ਹੋਏਗਾ, ਤੁਹਾਡੀ ਟੰਗ ਜਿਹੜੀ ਹੈ ਉਹ ਕੰਫਰਟੇਬਲ ਮਹਿਸੂਸ ਕਰੇਗੀ, ਪਲੱਸ ਤੁਹਾਡੇ ਕੋਲ ਕਲੈਰਿਟੀ ਹੈ ਹੈਡ ਦੇ ਵਿੱਚ। ਠੀਕ ਹੈ, ਵੀ ਮੈਂ ਕੀ ਚੀਜ਼ ਪੜ੍ਹਨੀ, ਉਹਦਾ ਕੀ ਮਤਲਬ ਹੈ। ਤਾਂ ਇਹ ਦੋਨੋਂ ਚੀਜ਼ਾਂ ਨਾਲ ਤੁਹਾਨੂੰ ਕੌਨਫੀਡੈਂਸ ਆਏਗਾ। ਜਿਵੇਂ ਕਿ ਮੈਂ ਤੁਹਾਨੂੰ ਪੜ੍ਹ ਕੇ ਦਿਖਾਉਣਾ, ਇਹਨੂੰ ਕਿਵੇਂ ਪੜ੍ਹ ਸਕਦੇ ਹਾਂ। ਤੁਸੀਂ ਕਹੋਗੇ, Twitter underwent a massive rebranding exercise recently to change its name and logo to X. The company replaced the logos on the website and the apps as well as its own headquarters. Names were changed. All of the associate products such as Twitter Blue subscription became X Blue subscription and Twitter Deck became X Pro. But it appears that the transition is not complete yet. According to reports, some users have observed that the URLs generated from the share sheet of the X app on iOS start with x.com instead of the familiar twitter.com. So far, the change has only been seen in the iPhone OS, and both Weblinks and the Android app continue to show the usual domain. But that can also change in the near future. ਸੋ ਇੱਦਾਂ ਤੁਸੀਂ ਹਮੇਸ਼ਾ ਕੋਸ਼ਿਸ਼ ਕਰਨੀ ਹੈ ਵੀ ਅਖਬਾਰ ਨੂੰ ਖੋਲੋ, ਹਾਈਲਾਈਟ ਕਰੋ ਉਹ ਵਰਡਸ, ਉਹ ਵੋਕੈਬਲਰੀ ਇਨ ਦ ਫਾਰਮ ਆਫ ਐਡਜੈਕਟਿਵ, ਵਰਬਸ ਐਂਡ ਕਨੈਕਟਰਸ ਜੋ ਤੁਹਾਨੂੰ ਨਹੀਂ ਪਤਾ, ਜਾਂ ਜਿਨ੍ਹਾਂ ਨੂੰ ਤੁਸੀਂ ਜਾਣੋ ਨਹੀਂ ਹੋ, ਜਾਂ ਜਿਨ੍ਹਾਂ ਨੂੰ ਤੁਸੀਂ ਬਹੁਤ ਘੱਟ ਯੂਜ਼ ਕਰਦੇ ਹੋ, ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਪੜ੍ਹ ਕੇ ਰਿਵਾਈਜ਼ ਕਰ ਸਕੋ, ਮਤਲਬ ਸਮਝ ਸਕੋ, ਆਪਣੇ ਬ੍ਰੇਨ ਦੇ ਵਿੱਚ ਕਲੈਰਿਟੀ ਲਿਆ ਸਕੋ। ਅਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪੜ੍ਹੋਗੇ ਨਾ ਕਿਸੇ ਵੀ ਚੀਜ਼ ਨੂੰ, ਤਾਂ ਬਹੁਤ ਕੰਫਰਟੇਬਲੀ ਪੜ੍ਹੋਗੇ। ਇੱਦਾਂ ਹੀ ਜਦੋਂ ਤੁਸੀਂ ਰੋਜ਼ ਕਰਦੇ ਜਾਓਗੇ ਨਾ, if you do it for like 21 days or 30 days, right, make sure you do it for at least 4 weeks consistently, right, ਕਦੀ ਵੀ ਨਾਗਾ ਨਹੀਂ ਪਾਉਣਾ। ਅਗਰ ਤੁਸੀਂ ਇਹਨੂੰ ਕਰਦੇ ਜਾਓਗੇ, you will feel a drastic transformation in yourself. You will transition from a person who couldn't read English newspaper to a person who can easily read any context on the English newspaper. Now this is how you can improve your English speaking skills and writing skills, because ਇਹ base ਹੈ, ਇਹ ਫੰਡਾਮੈਂਟਲ ਹੈ, ਇਹ ਨੀਂਹ ਪੱਥਰ ਹੈ। ਅਗਰ ਨੀਂਹ ਪੱਥਰ ਨਹੀਂ ਬਣਾਇਆ ਤਾਂ ਤੁਸੀਂ ਉੱਤੇ ਮਕਾਨ ਨਹੀਂ ਖੜਾ ਕਰ ਸਕਦੇ, ਕੋਠੀ ਨਹੀਂ ਬਣਾ ਸਕਦੇ, ਮਹਿਲ ਨਹੀਂ ਬਣਾ ਸਕਦੇ। ਤਾਂ ਇਹ ਚੀਜ਼ਾਂ ਨੂੰ ਰੋਜ਼ ਕਰਦੇ ਜਾਓ, ਤੁਸੀਂ ਆਪਣੀ ਇੰਗਲਿਸ਼ ਫਲੂਐਂਸੀ ਨੂੰ ਵੀ ਇੰਪਰੂਵ ਕਰੋਗੇ, ਤੁਸੀਂ ਇੰਗਲਿਸ਼ ਦੀ ਵੋਕੈਬਲਰੀ ਬੇਸ ਨੂੰ ਵੀ ਇੰਪਰੂਵ ਕਰ ਜਾਓਗੇ, ਤੁਸੀਂ ਆਪਣੀ ਨੌਲੇਜ ਬੇਸ ਨੂੰ ਵੀ ਬਹੁਤ ਵਧਾ ਲਓਗੇ। ਠੀਕ ਹੈ ਨਾ, ਜਿਹਦੇ ਨਾਲ ਕੀ ਹੋਊਗਾ, ਤੁਸੀਂ ਕਿਸੇ ਵੀ ਟੌਪਿਕ ਉੱਤੇ, ਤੁਹਾਨੂੰ ਅਗਰ ਐਸੇ ਰਾਈਟਿੰਗ ਦਾ ਆਉਂਦਾ ਆ, ਲੈਟਰ ਰਾਈਟਿੰਗ ਦਾ ਆਉਂਦਾ ਆ, ਗ੍ਰਾਫ ਲਿਖਣ ਨੂੰ ਆਉਂਦਾ ਆ, ਜਾਂ ਇੰਗਲਿਸ਼ ਸਪੀਕਿੰਗ ਉੱਤੇ ਕਿਸੇ ਵੀ ਟੌਪਿਕ ਉੱਤੇ ਬੋਲਣਾ ਹੋਵੇ, ਤਾਂ ਤੁਸੀਂ ਝੱਟ ਬੋਲ ਸਕਦੇ, ਬਿਕਾਜ਼ you will be rich in ideas. You would know what to speak or write because you've already read those things in the newspaper. ਤਾਂ ਮੈਂ ਉਮੀਦ ਕਰਦਾ ਇਹ ਵੈਲਿਊਬਲ ਲੈਸਨ ਤੁਹਾਨੂੰ ਚੰਗਾ ਲੱਗਾ ਹੋਊਗਾ। ਅਗਰ ਤੁਹਾਨੂੰ ਚੰਗਾ ਲੱਗਿਆ ਤਾਂ ਮੇਕ ਸ਼ੋਰ ਯੂ ਪ੍ਰੈਸ ਦੀ like button and share it with your friends, and consider subscribing the channel if you haven't already. Until then, see you in the next video. Bye.